ਵਾਹਿਗੁਰੂ ਸਾਹਿਬ ਜੀਓ। ਮਾਝ ਮਹੱਲਾ ਤੀਜਾ। ਗੁਰਮੁਖ ਮਿਲੈ ਮਿਲਾਏ ਆਪੇ, ਕਾਲ ਨਾ ਜੋ ਹੈ ਦੁਖ ਨਾ ਸੰਤਾਪੇ। ਗੁਰਮੁਖ ਮਿਲੈ ਮਿਲਾਏ ਆਪੇ, ਕਾਲ ਨਾ ਜੋ ਹੈ ਦੁਖ ਨਾ ਸੰਤਾਪੇ। ਹਾਂ ਮੈਂ ਮਾਰ ਬੰਧਨ ਸਭ ਤੋੜੈ, ਗੁਰਮੁਖ ਸ਼ਬਦ ਸੁਹਾਵਣਿਆ। ਹਾਂ ਵਾਰੀ ਜਿਉ ਵਾਰੀ, ਹਰ ਹਰ ਨਾਮ ਸੁਹਾਵਣਿਆ। ਗੁਰਮੁਖ ਗਾਵੈ ਗੁਰਮੁਖ ਨਾਚੈ, ਹਰ ਸੇਤੀ ਚਿਤ ਲਾਵਣਿਆ। ਰਹਾਉ ਗੁਰਮੁਖ ਗਾਵੈ ਗੁਰਮੁਖ ਨਾਚੈ, ਹਰ ਸੇਤੀ ਚਿਤ ਲਾਵਣਿਆ। ਰਹਾਉ ਗੁਰਮੁਖ ਮਿਲੈ ਮਿਲਾਏ ਆਪੇ, ਕਾਲ ਨਾ ਜੋ ਹੈ ਦੁਖ ਨਾ ਸੰਤਾਪੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤ ਸੰਗਤ ਜੀਓ। ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਆਓ ਪਾਵਨ 10 ਗੁਰੂ ਜਾਮੇ ਧਾਰਨ ਕੀਤੇ, ਉਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਜਿਸ ਬਾਣੀ ਨੂੰ ਸਤਿਗੁਰੂ ਨੇ ਤੁਰਕੀ ਬਾਣੀ ਦਾ ਖਿਤਾਬ ਬਖਸ਼ਿਸ਼ ਕੀਤਾ ਹੈ। ਤੁਰਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਾਂ ਕੋਈ ਵੀ ਹੋਰ ਦੂਸਰੇ ਤੀਸਰੇ ਸਤਿਗੁਰੂ ਸਾਹਿਬਾਨ ਆਪਣੀ ਰਸਨਾ ਤੋਂ ਪਵਿੱਤਰ ਬਾਣੀ ਉਚਾਰਨ ਕਰਦੇ ਤਾਂ ਕਦੀ ਵੀ ਇਸ ਗੱਲ ਦਾ ਦਾਅਵਾ ਨਹੀਂ ਸਨ ਕਰਦੇ ਕਿ ਇਹ ਬਾਣੀ ਸਾਡੀ ਹੈ, ਬਲਕਿ ਸਤਿਗੁਰੂ ਦਾ ਇਹੀ ਕਥਨ ਸੀ, ਹਉ ਆਪਾਂ ਹੋਂ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਬੋਲਾਇਆ ਬੋਲੀ ਤੇਰਾ, ਪ੍ਰਭ ਸਾਹਿਬ ਗੁਣੀ ਗਹਿਰਾ। ਇਉਂ ਕਹਿ ਦਿਓ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਪਾਵਨ ਅੰਮ੍ਰਿਤ ਰੂਪ ਬਾਣੀ ਉਚਾਰਨ ਕਰਦੇ ਤਾਂ ਉਹਨਾਂ ਦੇ ਅੰਦਰ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਆ ਕੇ ਬੋਲਦਾ ਸੀ। ਇਸੇ ਲਈ ਤਾਂ ਸਤਿਗੁਰੂ ਇਹ ਗੱਲ ਕਹਿ ਰਹੇ ਸਨ, ਬੋਲਾਇਆ ਬੋਲੀ ਤੇਰਾ, ਪ੍ਰਭ ਸਾਹਿਬ ਗੁਣੀ ਗਹਿਰਾ। ਜੇ ਇਹ ਕਹਿ ਦਈਏ ਇਹ ਜੋ ਸਤਿਗੁਰੂ ਦੀ ਬਾਣੀ ਹੈ, ਇਹ ਇੱਕ ਇਲਾਹੀ ਪੈਗਾਮ ਹੈ, ਇੱਕ ਅਰਸ਼ੀ ਸੰਦੇਸ਼ ਹੈ, ਇਹ ਇੱਕ ਦੇਵੀ ਕਲਾਮ ਹੈ, ਇਹ ਬਾਣੀਆਂ ਸਿਰਬਾਣੀ ਹੈ,
ਇਹ ਕੋਈ ਅਤਕਥਨੀ ਨਹੀਂ ਬਲਕਿ ਹਕੀਕਤ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੀ ਜਦੋਂ ਸੁਰਤ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਜੁੜਦੀ ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵੱਲੋਂ ਬਾਣੀ ਉਤਰਦੀ, ਉਸ ਵੇਲੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਭਾਈ ਮਰਦਾਨੇ ਨੂੰ ਇਹ ਗੱਲ ਆਖਦੇ, ਭਾਈ ਮਰਦਾਨਿਆ ਰਬਾਬ ਛੇੜ, ਬਾਣੀ ਆਈ ਹੈ। ਭਾਈ ਮਰਦਾਨਾ ਰਬਾਬ ਵਜਾਉਣ ਲੱਗ ਜਾਂਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਵਿੱਤਰ ਬਾਣੀ ਉਚਾਰਨ ਕਰਨ ਲੱਗ ਜਾਂਦੇ। ਇਸ ਢੰਗ ਦੇ ਨਾਲ ਇਹ ਸਾਰੀ ਬਾਣੀ ਉਚਾਰਨ ਹੋਈ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਮਾਝ ਰਾਗ ਦੇ ਅੰਦਰ ਸਾਨੂੰ ਪਾਵਨ ਪਵਿੱਤਰ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਗੁਰਮੁਖਾਂ ਦੀ ਤੇ ਮਨਮੁਖਾਂ ਦੀ ਵਿਵੇਚਨਾ ਕੀਤੀ ਹੈ। ਰਹਾਉ ਦੀਆਂ ਪੰਕਤੀਆਂ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹਉ ਵਾਰੀ ਜੀਉ ਵਾਰੀ ਹਰ ਹਰ ਨਾਮ ਸੁਹਾਵਣਿਆ, ਗੁਰਮੁਖ ਗਾਵੈ ਗੁਰਮੁਖ ਨਾਚੈ, ਹਰ ਸੇਤੀ ਚਿਤ ਲਾਵਣਿਆ। ਰਹਾਉ ਇਹਨਾਂ ਸਿਧਾਂਤ ਰੂਪ ਪੰਕਤੀਆਂ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹਉ ਵਾਰੀ ਜੀਉ ਵਾਰੀ, ਐ ਪਿਆਰੇ ਜੀਓ, ਮੈਂ ਬਲਿਹਾਰ ਜਾਨਾ ਹਾਂ, ਮੈਂ ਸਦਕੇ ਜਾਨਾ ਹਾਂ ਕਿਹਨਾਂ ਤੋਂ? ਹਰ ਹਰ ਨਾਮ ਸੁਹਾਵਣਿਆ, ਜਿਨ੍ਹਾਂ ਨੇ ਵਾਹਿਗੁਰੂ ਵਾਹਿਗੁਰੂ ਨਾਮ ਨੂੰ ਜਪਿਆ ਹੈ ਅਤੇ ਨਾਮ ਜਪ ਕੇ ਸੁਹਾਵਣਿਆ ਆਪਣੇ ਜੀਵਨ ਨੂੰ ਸੁਹਾਵਣਾ ਬਣਾ ਲਿਆ, ਮੈਂ ਉਹਨਾਂ ਤੋਂ ਬਲਿਹਾਰ ਜਾਨਾ ਹਾਂ। ਗੁਰਮੁਖ ਗਾਵੈ ਗੁਰਮੁਖ ਨਾਚੈ, ਹਰ ਸੇਤੀ ਚਿਤ ਲਾਵਣਿਆ। ਗੁਰਮੁਖ ਦੀ ਕੈਸੀ ਅਵਸਥਾ ਹੁੰਦੀ ਹੈ? ਗੁਰਮੁਖ ਪਿਆਰ ਦੇ ਵਿੱਚ ਆ ਕੇ ਗੁਰਬਾਣੀ ਨੂੰ ਗਾਉਂਦਾ ਹੈ, ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਕਰਦਾ ਹੈ ਤੇ ਨਾਲ ਹੀ ਗੁਰਮੁਖ ਖੁਸ਼ੀ ਦੇ ਵਿੱਚ ਨੱਚਦਾ ਵੀ ਹੈ। ਇੱਕ ਗੱਲ ਯਾਦ ਰੱਖੋ, ਸਤਿਗੁਰੂ ਦੀ ਹਾਜ਼ੂਰੀ ਵਿੱਚ ਸਰੀਰ ਕਰਕੇ ਨੱਚਣਾ ਟੱਪਣਾ ਇਹ ਗੁਰਮਤਿ ਦੇ ਪ੍ਰਤਿਕੂਲ ਹੈ। ਜਿੱਥੇ ਨੱਚਣ ਦੀ ਗੱਲ ਆਉਂਦੀ ਹੈ ਉੱਥੇ ਮਹਾਂਪੁਰਖ ਇਸ ਦਾ ਅਰਥ ਇਹ ਕਰਦੇ ਸਨ, ਜਿੱਥੇ ਗੁਰਮੁਖ ਕੀਰਤਨ ਕਰਦਾ ਹੈ ਉੱਥੇ ਗੁਰਮੁਖ ਨਾਚੈ। ਗੁਰਮੁਖ ਨਾਚੈ ਦਾ ਅਰਥ ਹੈ ਉਹ ਨਿਰਣਾ ਵੀ ਕਰਦਾ ਹੈ। ਨਿਰਣਾ ਕਰਨਾ ਹੀ ਨੱਚਣ ਦੀ ਕਿਰਿਆ ਹੈ ਗੁਰਮੁਖਾਂ ਦੀ। ਕੋਈ ਸ਼ਬਦ ਦਾ ਕੀਰਤਨ ਕਰਨਾ, ਫਿਰ ਉਸ ਗੁਰ ਸ਼ਬਦ ਦੀ ਵਿਚਾਰ ਕਰਨੀ, ਇਹ ਗੁਰਮੁਖਾਂ ਦਾ ਨੱਚਣਾ ਹੈ। ਹਰ ਸੇਤੀ ਚਿਤ ਲਾਵਣਿਆ, ਹਾਜ਼ੂਰ ਕਹਿੰਦੇ ਭਾਈ ਗੁਰਮੁਖ ਪਿਆਰ ਦੇ ਵਿੱਚ ਵਾਹਿਗੁਰੂ ਦੇ ਗੁਣ ਗਾਉਂਦਾ ਹੈ ਤੇ ਗੁਰਮੁਖ ਨਿਰਣਾ ਕਾਰਨ ਰੂਪ ਨਿਰਤਕਾਰੀ ਵੀ ਕਰਦਾ ਹੈ। ਹਰ ਸੇਤੀ ਚਿਤ ਲਾਵਣਿਆ, ਤੇ ਫਿਰ ਉਹ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਆਪਣਾ ਚਿੱਤ ਜੋੜਦਾ ਹੈ, ਮੈਂ ਉਸ ਤੋਂ ਬਲਿਹਾਰ ਜਾਨਾ ਹਾਂ। ਲੋ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਗੁਰਮੁਖ ਦੀ ਹੀ ਮਹਿਮਾ ਉਚਾਰਨ ਕਰਦੇ ਹਨ। ਗੁਰਮੁਖ ਕੌਣ ਹੈ? ਜਿਹੜਾ ਗੁਰੂ ਦੇ ਸਨਮੁਖ ਹੋ ਗਿਆ। ਦੂਸਰੀ ਗੁਰਮੁਖ ਦੀ ਸਟੇਜ ਹੈ ਜਿਹੜਾ ਗੁਰੂ ਨੂੰ ਸਮਰਪਿਤ ਹੋ ਗਿਆ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ। ਅਸਲੀ ਗੁਰਮੁਖ ਦੀ ਅਵਸਥਾ ਇਹ ਹੈ ਜਿਹੜਾ ਗੁਰੂ ਦੇ ਨਾਲ ਆਪੇਦ ਹੋ ਗਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਉਸ ਗੁਰਮੁਖ ਦੀ ਅਵਸਥਾ ਬਿਆਨ ਕਰ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਵਿੱਚ ਆ ਕੇ
ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਝ ਮਹੱਲਾ ਤੀਜਾ। ਗੁਰਮੁਖ ਮਿਲੈ ਮਿਲਾਏ ਆਪੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਗੁਰਮੁਖ ਮਿਲੈ। ਜਿਹੜਾ ਗੁਰੂ ਦੇ ਸਨਮੁਖ ਰਹਿਣ ਵਾਲਾ ਗੁਰਮੁਖ ਵਿਅਕਤੀ ਹੈ, ਉਹੀ ਉਸ ਪਰਮਾਤਮਾ ਨੂੰ ਮਿਲਦਾ ਹੈ। ਮਿਲਦਾ ਕਿਵੇਂ ਹੈ? ਮਿਲਾਏ ਆਪੇ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਉਸ ਨੂੰ ਆਪ ਹੀ ਮਿਲਾਉਂਦਾ। ਇਹਦਾ ਮਤਲਬ ਇਹ ਹੈ, ਗੁਰਮੁਖ ਵਿਅਕਤੀ ਹੀ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਦਾ ਹੈ, ਤੇ ਮਿਲਦਾ ਵੀ ਉਦੋਂ ਹੈ ਜਦੋਂ ਅਕਾਲ ਪੁਰਖ ਵਾਹਿਗੁਰੂ ਉਸ ਨੂੰ ਆਪਣੇ ਨਾਲ ਮਿਲਾ ਲਵੇ। ਕਾਲ ਨਾ ਜੋ ਹੈ ਦੁਖ ਨਾ ਸੰਤਾਪੇ। ਜਦੋਂ ਕੋਈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲ ਜਾਂਦਾ ਹੈ ਤਾਂ ਹਜ਼ੂਰ ਫਰਮਾਉਂਦੇ ਨੇ, ਕਾਲ ਨਾ ਜੋ ਹੈ, ਉਸ ਨੂੰ ਕਾਲ ਵੀ ਤਾੜ ਨਹੀਂ ਸਕਦਾ। ਜੋ ਹੈ ਦਾ ਅਰਥ ਹੁੰਦਾ ਹੈ ਕੈਰੀ ਅੱਖ ਦੇ ਨਾਲ ਵੇਖਣਾ, ਗੁੱਸੇ ਦੇ ਨਾਲ ਝਾਕਣਾ। ਹਜ਼ੂਰ ਕਹਿੰਦੇ ਨੇ ਕਾਲ ਨਾ ਜੋ ਹੈ, ਉਸ ਨੂੰ ਕਾਲ ਵੀ ਤਾੜ ਨਹੀਂ ਸਕਦਾ। ਦੁੱਖ ਨਾ ਸੰਤਾਪੇ, ਤੇ ਨਾ ਹੀ ਕੋਈ ਦੁੱਖ ਆ ਕੇ ਉਸ ਨੂੰ ਸੰਤਾਪ ਦਿੰਦਾ ਹੈ। ਹਉ ਮੈਂ ਮਾਰ ਬੰਧਨ ਸਭ ਤੋੜੈ, ਗੁਰਮੁਖ ਸ਼ਬਦ ਸੁਹਾਵਣਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰਮੁਖ ਵਿਅਕਤੀ ਹਉਮੈ ਨੂੰ ਮਾਰ ਕੇ ਸਾਰੇ ਬੰਧਨ ਤੋੜ ਦਿੰਦਾ ਹੈ, ਕਿਉਂਕਿ ਸਭ ਤੋਂ ਵੱਡਾ ਬੰਧਨ ਹਉਮੈ ਦਾ ਹੈ। ਜਦੋਂ ਹਉਮੈ ਮਰ ਜਾਵੇ ਤੇ ਫਿਰ ਬਾਕੀ ਰੋਗ ਸਾਰੇ ਹੀ ਕੱਟੇ ਜਾਂਦੇ ਹਨ। ਹਜ਼ੂਰ ਫਰਮਾਉਂਦੇ ਨੇ, ਗੁਰਮੁਖ ਹਉਮੈ ਨੂੰ ਮਾਰ ਕੇ ਸਾਰੇ ਬੰਧਨ ਤੋੜ ਦਿੰਦਾ ਹੈ। ਗੁਰਮੁਖ ਸ਼ਬਦ ਸੁਹਾਵਣੇ ਆ। ਜਿਹੜਾ ਗੁਰਮੁਖ ਵਿਅਕਤੀ ਹੈ ਉਹ ਗੁਰੂ ਸ਼ਬਦ ਰਾਹੀਂ ਸੁਹਾਵਣੇ ਆ ਆਪਣੇ ਜੀਵਨ ਨੂੰ ਸੁਹਾਵਣਾ ਬਣਾ ਲੈਂਦਾ ਹੈ। ਹਉ ਵਾਰੀ ਜਿਉ ਵਾਰੀ, ਹਰ ਹਰ ਨਾਮ ਸੁਹਾਵਣਿਆ। ਗੁਰਮੁਖ ਗਾਵੈ ਗੁਰਮੁਖ ਨਾਚੈ, ਹਰ ਸੇਤੀ ਚਿਤ ਲਾਵਣਿਆ। ਰਹਾਉ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਗੁਰਮੁਖੋ, ਮੈਂ ਉਹਨਾਂ ਗੁਰਮੁਖ ਵਿਅਕਤੀਆਂ ਤੋਂ ਮਨ ਬਾਣੀ ਸਰੀਰ ਕਰਕੇ ਬਲਿਹਾਰ ਜਾਣਾ ਹਾਂ। ਹਰ ਹਰ ਨਾਮ ਸੁਹਾਵਣੇ ਆ, ਜਿਹੜੇ ਵਾਹਿਗੁਰੂ 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 ਨਾਮ ਨੂੰ ਜਪ ਕੇ ਸੁਹਾਵਣੇ ਆ, ਜਿਨ੍ਹਾਂ ਨੇ ਜੀਵਨ ਨੂੰ ਸੁਹਾਵਣਾ ਬਣਾ ਲਿਆ ਹੈ। ਗੁਰਮੁਖ ਗਾਵੈ ਗੁਰਮੁਖ ਨਾਚੈ। ਜਿਹੜਾ ਗੁਰਮੁਖ ਵਿਅਕਤੀ ਹੈ ਉਹ ਕਦੇ ਕਦੇ ਪਿਆਰ ਦੇ ਵਿੱਚ ਆ ਕੇ ਵਾਹਿਗੁਰੂ ਦੇ ਗੁਣ ਗਾਉਂਦਾ ਹੈ, ਕੀਰਤਨ ਕਰਦਾ ਹੈ ਤੇ ਗੁਰਮੁਖ ਨਾਚੈ। ਤੇ ਕਦੇ ਕਦੇ ਗੁਰਮੁਖ ਵਿਅਕਤੀ ਗੁਰਬਾਣੀ ਦੀ ਵਿਚਾਰ ਤੇ ਗੁਰੂ ਸ਼ਬਦ ਦਾ ਨਿਰਣਾ ਵੀ ਕਰਦਾ ਹੈ। ਹਰ ਸੇਤੀ ਚਿਤ ਲਾਵਣਿਆ, ਤੇ ਫਿਰ ਵਾਹਿਗੁਰੂ ਦੇ ਨਾਲ ਆਪਣਾ ਚਿੱਤ ਜੋੜੀ ਰੱਖਦਾ ਹੈ। ਗੁਰਮੁਖ ਜੀਵੈ ਮਰੈ ਪਰਵਾਣ। ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਹਨ, ਗੁਰਮੁਖ ਜੀਵੈ ਮਰੈ ਪਰਵਾਣ। ਭਾਈ ਜਿਹੜਾ ਗੁਰਮੁਖ ਵਿਅਕਤੀ ਹੈ ਉਹ ਚਾਹੇ ਜਿਉਂਦਾ ਹੈ ਤੇ ਮਰੈ ਚਾਹੇ ਮਰ ਜਾਂਦਾ ਹੈ, ਉਹ ਦੋਵੇਂ ਹਾਲਤਾਂ ਵਿੱਚ ਪ੍ਰਵਾਨ ਹੁੰਦਾ ਹੈ। ਆਰ ਜਾ ਨਾ ਛੀਜੈ ਸ਼ਬਦ ਪਛਾਣ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੀ ਗੁਰਮੁਖ ਦੀ ਆਰਜਾ ਉਮਰ ਹੈ ਉਹ ਛੀਜਾ ਦਾ ਅਰਥ ਹੈ ਨਾਸ਼ ਨਹੀਂ ਹੁੰਦੀ। ਇਹਦਾ ਮਤਲਬ ਇਹ ਹੈ, ਜਿਹੜਾ ਗੁਰਮੁਖ ਵਿਅਕਤੀ ਹੈ ਉਹ ਆਪਣੀ ਉਮਰ ਨੂੰ ਵਿਅਰਥ ਨਹੀਂ ਗਵਾਉਂਦਾ। ਉਹ ਸਵਾਸ ਸੁਆਸ ਸਿਮਰਨ ਕਰਦਾ ਹੈ, ਪਰਉਪਕਾਰ ਦੇ ਕੰਮ ਕਰਦਾ ਹੈ, ਸੇਵਾ ਵੀ ਕਰਦਾ ਹੈ। ਇਸ ਢੰਗ ਦੇ ਨਾਲ ਗੁਰਮੁਖ ਦੀ ਆਰਜਾ ਛਜਦੀ ਨਹੀਂ। ਸ਼ਬਦ ਪਛਾਣ, ਉਹ ਗੁਰੂ ਸ਼ਬਦ ਨੂੰ ਜੀਵਨ ਦਾ ਉਦੇਸ਼ ਪਛਾਣ ਲੈਂਦਾ ਹੈ। ਗੁਰਮੁਖ ਮਾਰੈ ਨਾ ਕਾਲ ਨਾ ਖਾਏ,
ਗੁਰਮੁਖ ਸੱਚ ਸਮਾਵਣਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਗੁਰਮੁਖ ਵਿਅਕਤੀ ਹੈ, ਨਾ ਉਹ ਕਦੀ ਮਰਦਾ ਹੈ, ਨਾ ਹੀ ਕਦੀ ਉਸ ਨੂੰ ਕਾਲ ਰੂਪੀ ਅਜਗਰ ਖਾਂਦਾ ਹੀ ਹੈ। ਗੁਰਮੁਖ ਸੱਚ ਸਮਾਵਣਿਆ, ਕਿਉਂਕਿ ਗੁਰਮੁਖ ਵਾਹਿਗੁਰੂ ਦਾ ਨਾਮ ਜਪਦਾ ਤੇ ਨਾਮ ਜਪਦਾ ਜਪਦਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਅਭੇਦ ਹੋ ਜਾਂਦਾ ਹੈ। ਗੁਰਮੁਖ ਹਰ ਦਰ ਸੋਭਾ ਪਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਗੁਰਮੁਖ ਵਿਅਕਤੀ ਹੈ ਉਹ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਵੀ ਅਥਵਾ ਸੱਚਖੰਡ ਦਰਬਾਰ ਦੇ ਅੰਦਰ ਵੀ ਸੋਭਾ ਪ੍ਰਾਪਤ ਕਰਦਾ ਹੈ। ਗੁਰਮੁਖ ਵਿੱਚੋਂ ਆਪ ਗਵਾਏ। ਕਿਉਂਕਿ ਜਿਹੜਾ ਗੁਰਮੁਖ ਵਿਅਕਤੀ ਹੈ ਉਹ ਆਪਣੇ ਮਨ ਦੇ ਵਿੱਚੋਂ ਆਪਾ ਭਾਵ, ਖੁਦੀ ਦਾ ਭਾਵ, ਹੰਕਾਰ ਗਵਾ ਦਿੰਦਾ ਹੈ। ਇਸੇ ਕਰਕੇ ਉਹ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਸੋਭਾ ਪ੍ਰਾਪਤ ਕਰਦਾ ਹੈ। ਆਪ ਤਾਰੈ ਕੁਲ ਸਗਲੇ ਤਾਰੇ, ਗੁਰਮੁਖ ਜਨਮ ਸਵਾਰਣਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰਮੁਖ ਜਨ ਆਪ ਵੀ ਤਰ ਜਾਂਦਾ ਹੈ ਤੇ ਸਾਰੀਆਂ ਕੁਲਾਂ ਨੂੰ ਵੀ ਤਾਰ ਦਿੰਦਾ ਹੈ। ਇੱਕ ਨਾਦੀ ਕੁਲ ਹੈ, ਦੂਸਰੀ ਬਿੰਦੀ ਕੁਲ ਹੈ, ਭਾਵ ਆਪਣੇ ਪਰਿਵਾਰ ਨੂੰ ਵੀ, ਰਿਸ਼ਤੇਦਾਰਾਂ ਨੂੰ ਵੀ ਤੇ ਨਾਲ ਸੰਗੀਆਂ ਸਾਥੀਆਂ ਨੂੰ ਵੀ ਤਾਰ ਦਿੰਦਾ ਹੈ। ਗੁਰਮੁਖ ਜਨਮ ਸਵਾਰਣਿਆ, ਹਜ਼ੂਰ ਕਹਿੰਦੇ ਭਾਈ ਗੁਰਮੁਖ ਵਿਅਕਤੀ ਆਪਣੇ ਜਨਮ ਨੂੰ ਸਵਾਰ ਲੈਂਦਾ ਹੈ। ਗੁਰਮੁਖ ਦੁਖ ਕਦੇ ਨ ਲੱਗੈ ਸਰੀਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਗੁਰਮੁਖ ਵਿਅਕਤੀ ਹੁੰਦਾ ਉਹਦੇ ਸਰੀਰ ਦੇ ਅੰਦਰ ਕਦੇ ਵੀ ਦੁੱਖ ਨਹੀਂ ਵਿਆਪਦਾ, ਕਦੇ ਵੀ ਦੁੱਖ ਨਹੀਂ ਲੱਗਦਾ। ਗੁਰਮੁਖ ਹਉ ਮੈਂ ਚੁਕੈ ਨਾ ਪੀਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖ ਹਉਮੈ ਚੂਕੈ ਪੀਰ। ਜਿਹੜਾ ਗੁਰਮੁਖ ਵਿਅਕਤੀ ਹੈ ਔਰ ਉਹਦੇ ਅੰਦਰੋਂ ਜਿਹੜੀ ਹਉਮੈ ਦੀ ਪੀੜ ਹੈ, ਹਉਮੈ ਦੀ ਚੀਸ ਹੈ ਤੇ ਜਿਹੜੀ ਹਉਮੈ ਦੀ ਵੇਦਨਾ ਹੈ ਉਹ ਚੁੱਕੀ ਜਾਂਦੀ ਹੈ। ਕਿਉਂਕਿ ਗੁਰਮੁਖ ਇਸ ਹਉਮੈ ਦੇ ਕੰਡੇ ਨੂੰ ਬਾਹਰ ਕੱਢ ਦਿੰਦਾ ਹੈ। ਤੇ ਯਾਦ ਰੱਖੋ, ਜਿੰਨਾ ਚਿਰ ਤੱਕ ਕਿਸੇ ਦੇ ਪੈਰ ਦੇ ਵਿੱਚ ਕੰਡਾ ਖੁੱਭਿਆ ਹੋਵੇ ਤੇ ਉਹਨਾਂ ਚਿਰ ਤੱਕ ਹੀ ਚੀਸ ਪੈਂਦੀ ਹੈ, ਰੜਕ ਪੈਂਦੀ ਹੈ। ਤੇ ਜਦੋਂ ਕੰਡਾ ਕੱਢ ਦਈਏ ਤੇ ਨਾਲ ਹੀ ਉਹ ਚੀਸ ਵੀ ਹਟ ਜਾਂਦੀ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖ ਵਿਅਕਤੀ ਦੇ ਸਰੀਰ ਦੇ ਅੰਦਰ ਕਦੇ ਵੀ ਦੁੱਖ ਨਹੀਂ ਲੱਗਦਾ, ਕਿਉਂਕਿ ਗੁਰਮੁਖ ਦੇ ਅੰਦਰੋਂ ਜਿਹੜੀ ਹਉਮੈ ਦੀ ਪੀੜ ਹੈ ਉਹ ਨਿਕਲ ਜਾਂਦੀ ਹੈ, ਹਉਮੈ ਦਾ ਕੰਡਾ ਨਿਕਲ ਜਾਂਦਾ ਹੈ, ਉਹਦੇ ਨਾਲ ਉਸ ਦੀ ਚੀਸ ਵੀ ਖਤਮ ਹੋ ਜਾਂਦੀ ਹੈ। ਗੁਰਮੁਖ ਮਨ ਨਿਰਮਲ ਫਿਰ ਮੈਲ ਨ ਲਾਗੈ, ਗੁਰਮੁਖ ਸਹਿਜ ਸਮਾਵਣਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਗੁਰਮੁਖ ਵਿਅਕਤੀ ਹੈ ਉਸ ਦਾ ਮਨ ਵੀ ਨਿਰਮਲ ਹੋ ਜਾਂਦਾ ਹੈ ਤੇ ਫਿਰ ਐਸਾ ਨਿਰਮਲ ਹੁੰਦਾ ਹੈ, ਫਿਰ ਮੈਲ ਨਾ ਲੱਗੇ, ਉਸ ਨੂੰ ਕਦੇ ਫਿਰ ਦੁਬਾਰਾ ਮੈਲ ਲੱਗਦੀ ਹੀ ਨਹੀਂ। ਗੁਰਮੁਖ ਸਹਿਜ ਸਮਾਵਣਿਆ, ਤੇ ਜਿਹੜਾ ਗੁਰਮੁਖ ਵਿਅਕਤੀ ਹੈ ਉਹ ਭਾਈ ਜਿਹੜੀ ਸਹਿਜ ਅਵਸਥਾ ਹੈ, ਤੁਰੀਆ ਅਵਸਥਾ ਹੈ, ਉਹਦੇ ਵਿੱਚ ਲੀਨ ਹੋ ਜਾਂਦਾ ਹੈ। ਗੁਰਮੁਖ ਨਾਮ ਮਿਲੈ ਵਡਿਆਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰਮੁਖ ਵਿਅਕਤੀ ਨੂੰ ਵਾਹਿਗੁਰੂ ਦੀ ਦਰਗਾਹ ਦੇ ਵਿੱਚੋਂ ਨਾਮ ਰੂਪ ਵਡਿਆਈ ਮਿਲਦੀ ਹੈ। ਕਿਉਂਕਿ ਨਾਮ ਦੀ ਵਡਿਆਈ ਸਭ ਤੋਂ ਉੱਚੀ ਵਡਿਆਈ ਹੈ। ਜਿਸ ਨੂੰ ਨਾਮ ਪ੍ਰਾਪਤ ਹੋ ਜਾਵੇ, ਸਭ ਵਡਿਆਈਆਂ ਹਰ ਨਾਮ ਵਿੱਚ ਹਰ ਗੁਰਮੁਖ ਤੇ ਆਈਐ। ਜੇ ਵਸਤ ਮੰਗੀਐ ਸਾਈ ਪਾਈਐ, ਜੇ ਨਾਮ ਚਿਤ ਲਾਈਐ। ਹਜ਼ੂਰ ਫਰਮਾਉਂਦੇ ਨੇ, ਗੁਰਮੁਖ ਨੂੰ ਨਾਮ ਦੀ ਵਡਿਆਈ ਮਿਲਦੀ ਜਿਸ ਦੇ ਵਿੱਚ ਸਾਰੀਆਂ ਵਡਿਆਈਆਂ ਹਨ। ਗੁਰਮੁਖ ਗੁਣ ਗਾਵੇ ਸੋਭਾ ਪਾਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰਮੁਖ ਵਿਅਕਤੀ ਹਮੇਸ਼ਾ ਲਈ ਵਾਹਿਗੁਰੂ ਦੇ ਗੁਣ ਗਾਉਂਦਾ ਹੈ, ਕੀਰਤਨ ਕਰਦਾ ਹੈ। ਸੋਭਾ ਪਾਈ, ਇਸ ਢੰਗ ਦੇ ਨਾਲ ਉਸਨੇ ਸੋਭਾ ਪ੍ਰਾਪਤ ਕਰ ਲਈ ਹੈ। ਸਦਾ ਆਨੰਦ ਰਹੈ ਦਿਨ ਰਾਤੀ, ਗੁਰਮੁਖ ਸ਼ਬਦ ਕਰਾਵਣਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਗੁਰਮੁਖ ਵਿਅਕਤੀ ਹੈ ਸ਼ਬਦ ਕਰਾਵਣਿਆ, ਬਈ ਉਹ ਆਪ ਵੀ ਸ਼ਬਦ ਦੀ ਕਮਾਈ ਕਰਦਾ ਹੈ
ਸ਼ਬਦ ਨੂੰ ਕਮਾਉਂਦਾ ਹੈ ਤੇ ਦੂਸਰਿਆਂ ਦੇ ਪਾਸੋਂ ਵੀ ਸ਼ਬਦ ਦੀ ਕਮਾਈ ਕਰਵਾਉਂਦਾ ਹੈ। ਇਸ ਢੰਗ ਦੇ ਨਾਲ ਸਦਾ ਆਨੰਦ ਰਹੇ ਦਿਨ ਰਾਤੀ, ਉਹ ਰਾਤ ਦਿਨ ਹਮੇਸ਼ਾ ਲਈ ਆਨੰਦ ਵਿੱਚ ਰਹਿੰਦਾ ਹੈ। ਗੁਰਮੁਖ ਅਨ ਦਿਨ ਸ਼ਬਦੇ ਰਾਤਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਗੁਰਮੁਖ ਵਿਅਕਤੀ ਹੈ ਉਹ ਰਾਤ ਦਿਨ ਨਾਮ ਬਾਣੀ ਦੇ ਰੰਗ ਵਿੱਚ ਹੀ ਰੰਗਿਆ ਰਹਿੰਦਾ ਹੈ। ਗੁਰਮੁਖ ਜੁਗ ਚਾਰੇ ਹੈ ਜਾਤਾ। ਜਿਹੜਾ ਗੁਰਮੁਖ ਵਿਅਕਤੀ ਹੈ ਉਹ ਆਪਣੀ ਕਰਨੀ ਦਾ ਸਦਕਾ ਚਾਰੇ ਯੁਗਾਂ ਦੇ ਵਿੱਚ ਜਾਣਿਆ ਜਾਂਦਾ ਹੈ। ਆ ਵੇਖ ਲਓ, ਜਿਹੜੇ ਦੁਨੀਆ ਦੇ ਬੜੇ ਬੜੇ ਬਾਦਸ਼ਾਹ ਨੇ, ਰਾਜੇ ਮਹਾਰਾਜੇ ਹੋਏ ਨੇ, ਉਹਨਾਂ ਨੂੰ ਦੁਨੀਆ ਭੁੱਲ ਜਾਂਦੀ ਹੈ ਤੇ ਪਰ ਵਾਹਿਗੁਰੂ ਦੇ ਭਗਤਾਂ ਨੂੰ ਦੁਨੀਆ ਯਾਦ ਕਰਦੀ ਹੈ। ਗੁਰਮੁਖ ਗੁਣ ਗਾਵੇ ਸਦਾ ਨਿਰਮਲ, ਸ਼ਬਦੇ ਭਗਤ ਕਰਾਵਣਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰਮੁਖ ਵਿਅਕਤੀ ਹਮੇਸ਼ਾ ਲਈ ਵਾਹਿਗੁਰੂ ਦੇ ਗੁਣ ਗਾਉਂਦਾ ਹੈ ਤੇ ਸਦਾ ਹੀ ਨਿਰਮਲ ਹੋ ਜਾਂਦਾ ਹੈ। ਕਿਉਂਕਿ ਸਤਿਗੁਰੂ ਦੇ ਬਚਨ ਨੇ, ਗੁਣ ਗਾਵਤ ਤੇਰੀ ਉਤਰਸ ਮੈਲ, ਬਿਨ ਸਜਾਏ ਹਉਮੈ ਬਿਖ ਫੈਲ, ਸ਼ਬਦੇ ਭਗਤ ਕਰਾਵਣਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰੂ ਸ਼ਬਦ ਦੁਆਰਾ ਜਿਹੜਾ ਗੁਰਮੁਖ ਵਿਅਕਤੀ ਹੈ ਆਪ ਵੀ ਭਗਤੀ ਕਰਦਾ ਹੈ ਤੇ ਦੂਸਰਿਆਂ ਤੋਂ ਵੀ ਭਗਤੀ ਕਰਵਾਉਂਦਾ ਹੈ। ਬਾਜ ਗੁਰੂ ਹੈ ਅੰਧ ਅੰਧਾਰਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਬਿਨਾਂ ਸਤਿਗੁਰੂ ਤੋਂ ਸੰਸਾਰ ਦੇ ਵਿੱਚ ਤਾਂ ਅੰਧ ਅੰਧਾਰਾ ਘੁੱਪ ਹਨੇਰਾ ਹੀ ਛਾਇਆ ਹੋਇਆ ਹੈ। ਜਿਵੇਂ ਸ੍ਰੀ ਆਸਾ ਜੀ ਦੀ ਵਾਰ ਦੇ ਪਹਿਲੇ ਸ਼ਲੋਕ ਦੇ ਵਿੱਚ ਸਤਿਗੁਰੂ ਨੇ ਫਰਮਾਇਆ ਹੈ, ਜੇ ਸੋ ਚੰਦਾ ਉਗਵੈ ਹੈ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਮਨੁੱਖੀ ਮਨਾਂ ਦੇ ਅੰਦਰ ਬਿਨਾਂ ਗੁਰੂ ਤੋਂ ਘੁੱਪ ਹਨੇਰਾ ਛਾਇਆ ਹੋਇਆ ਹੈ। ਜਮਕਾਲ ਗਰਠੇ ਕਰਹਿ ਪੁਕਾਰਾ। ਜਿਤਨੇ ਵੀ ਅਗਿਆਨੀ ਲੋਕ ਨੇ ਉਹ ਜਮ ਕਾਲ ਨੇ ਪਕੜੇ ਹੋਏ ਨੇ, ਉਹ ਜਮ ਕਾਲ ਦੇ ਗ੍ਰਸੇ ਹੋਏ, ਜਮ ਕਾਲ ਦੇ ਪਕੜੇ ਹੋਏ। ਕਰਹਿ ਪੁਕਾਰਾ, ਤੇ ਭਾਈ ਉਹ ਪੁਕਾਰਾਂ ਕਰਦੇ ਨੇ, ਚੀਕਾਂ ਮਾਰਦੇ ਨੇ, ਕੂਕਾਂ ਮਾਰਦੇ ਨੇ, ਫਰਿਆਦਾਂ ਕਰਦੇ ਨੇ, ਬੌੜੀਆਂ ਕਰਦੇ ਨੇ ਵੀ ਸਾਨੂੰ ਕੋਈ ਬਚਾ ਲਓ। ਅੰਧ ਰੋਗੀ ਬਿਸ਼ਟਾ ਕੇ ਕੀੜੇ, ਬਿਸ਼ਟਾ ਮਹਿ ਦੁਖ ਪਾਵਣਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਮਨਮੁਖ ਲੋਕ ਨੇ ਉਹ ਤਾਂ ਰਾਤ ਦਿਨ ਹੀ ਰੋਗੀ ਨੇ। ਕਿਉਂ? ਬਿਸ਼ਟਾ ਕੇ ਕੀੜੇ, ਉਹ ਤੇ ਭਾਈ ਵਿਸ਼ਿਆਂ ਰੂਪੀ ਵਿਸ਼ਟਾ ਦੇ ਕੀੜੇ ਬਣੇ ਹੋਏ ਨੇ। ਬਸ ਦਿਨ ਰਾਤ ਉਹਨਾਂ ਦਾ ਧਿਆਨ ਵਿਸ਼ੇ ਵਿਕਾਰਾਂ ਦੇ ਵਿੱਚ ਹੀ ਖਚਿਤ ਹੋਇਆ ਰਹਿੰਦਾ ਹੈ। ਵਿਸ਼ਟਾ ਮੈਂ ਦੁੱਖ ਪਾਵਣਿਆ, ਤੇ ਇਸ ਤਰ੍ਹਾਂ ਵਿਸ਼ਿਆਂ ਦੀ ਵਿਸ਼ਟਾ ਦੇ ਵਿੱਚ, ਗੰਦਗੀ ਦੇ ਵਿੱਚ ਖਚਿਤ ਹੋ ਕੇ ਉਹ ਮਹਾਨ ਦੁੱਖ ਪ੍ਰਾਪਤ ਕਰਦੇ ਹਨ। ਗੁਰਮੁਖ ਆਪੇ ਕਰੇ ਕਰਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਗੁਰਮੁਖ ਵਿਅਕਤੀ ਹੈ ਉਹ ਇਹ ਸਮਝਦਾ ਹੈ ਵੀ ਉਹ ਅਕਾਲ ਪੁਰਖ ਵਾਹਿਗੁਰੂ ਬਈ ਸਭ ਕੁਝ ਆਪ ਕਰਦਾ ਤੇ ਆਪ ਹੀ ਕਰਵਾਉਂਦਾ ਹੈ। ਗੁਰਮੁਖ ਹਿਰਦੈ ਬੁੱਠਾ ਆਪ ਆਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰਮੁਖਾਂ ਦੇ ਹਿਰਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਆ ਕੇ ਵਸ ਗਿਆ। ਕਿਉਂਕਿ ਜਿਹੜੇ ਗੁਰਮੁਖ ਨੇ ਉਹ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਦੇ ਨੇ ਤੇ ਉਸ ਦੇ ਨਾਲ ਪਿਆਰ ਕਰਦੇ ਨੇ। ਜਿਹੜਾ ਕਿਸੇ ਨੂੰ ਪ੍ਰੇਮ ਦੇ ਨਾਲ ਚੇਤੇ ਕਰਦਾ ਹੈ ਤੇ ਫਿਰ ਉਹਦੀ ਯਾਦ ਸਾਡੇ ਮਨ ਦੇ ਵਿੱਚ ਵਸ ਹੀ ਜਾਂਦੀ ਹੈ। ਹਜ਼ੂਰ ਕਹਿੰਦੇ ਨੇ, ਗੁਰਮੁਖਾਂ ਦੇ ਹਿਰਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਆਪ ਆ ਕੇ ਵਸ ਗਿਆ ਹੈ। ਨਾਨਕ ਨਾਮ ਮਿਲੈ ਵਡਿਆਈ, ਪੂਰੇ ਗੁਰ ਤੇ ਪਾਵਣਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰੂ ਘਰ ਦੇ ਅੰਦਰ ਨਾਨਕ ਨਾਮ ਮਿਲੈ ਵਡਿਆਈ, ਵੀ ਨਾਮ ਦੁਆਰਾ ਵਡਿਆਈ ਪ੍ਰਾਪਤ ਹੁੰਦੀ ਹੈ। ਤੇ ਨਾਮ ਕਿੱਥੋਂ ਮਿਲਦਾ? ਪੂਰੇ ਗੁਰ ਤੇ ਪਾਵਣਿਆ। ਤੇ ਭਾਈ ਨਾਮ ਪੂਰੇ ਗੁਰੂ ਤੋਂ ਪ੍ਰਾਪਤ ਹੁੰਦਾ ਹੈ ਤੇ ਨਾਮ ਦੁਆਰਾ ਵਡਿਆਈ ਮਿਲਦੀ ਹੈ। ਮਾਝ ਮਹੱਲਾ ਤੀਜਾ, ਏਕਾ ਜੋਤ ਜੋਤ ਹੈ ਸਰੀਰਾ। ਸਾਹਿਬ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਫੇਰ ਗੁਰਮੁਖਾਂ ਤੇ ਮਨਮੁਖਾਂ ਦੀ ਹੀ ਅਵਸਥਾ ਦਾ ਨਿਰਣਾ ਕਰਦੇ ਹਨ।
ਹਉ ਵਾਰੀ ਜੀਉ ਵਾਰੀ, ਹਰ ਸੱਚੇ ਕੇ ਗੁਣ ਗਾਵਣਿਆ, ਬਾਜ ਗੁਰੂ ਕੋ ਸਹਿਜ ਨ ਪਾਏ, ਗੁਰਮੁਖ ਸਹਿਜ ਸਮਾਵਣਿਆ। ਰਹਾਉ ਹਜ਼ੂਰ ਫਰਮਾਉਂਦੇ ਨੇ, ਮੈਂ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ, ਐ ਪਿਆਰੇ ਜੀਓ, ਉਹਨਾਂ ਗੁਰਮੁਖਾਂ ਤੋਂ ਸਦਕੇ ਜਾਨਾ ਹਾਂ। ਹਰ ਸੱਚੇ ਕੇ ਗੁਣ ਗਾਵਣਿਆ, ਜਿਹੜੇ ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਨੇ। ਐਵੇਂ ਦੁਨੀਆ ਦੀ ਝੂਠੀ ਖੁਸ਼ਾਮਤ ਨਹੀਂ ਕਰਦੇ। ਆਮ ਲੋਕਾਂ ਦਾ ਸੁਭਾਅ ਬਣਿਆ ਹੋਇਆ ਹੈ, ਜੇ ਕੋਈ ਰਾਜਨੀਤਿਕ ਕੋਈ ਬੰਦਾ ਆ ਜਾਂਦਾ ਹੈ ਤੇ ਲੋਕ ਉਹਦਾ ਨਾਂ ਲੈ ਲੈ ਕੇ ਨਾਅਰੇ ਬੁਲਾਉਣ ਲੱਗ ਜਾਂਦੇ ਨੇ। ਤੇ ਇਸੇ ਤਰ੍ਹਾਂ ਕੁਝ ਲੋਕਾਂ ਦਾ ਸੁਭਾਅ ਹੁੰਦਾ ਹੈ, ਜਦੋਂ ਕੋਈ ਧਾਰਮਿਕ ਵਿਅਕਤੀ ਦਰਬਾਰ ਦੇ ਵਿੱਚ ਸੰਗਤ ਵਿੱਚ ਆਉਂਦਾ ਹੈ ਤੇ ਉਸ ਵੇਲੇ ਵੀ ਉਹ ਜੈਕਾਰੇ ਛੱਡਣ ਲੱਗ ਜਾਂਦੇ ਨੇ। ਪਰ ਗੁਰਮੁਖਾਂ ਦੀ ਅਵਸਥਾ ਇਹ ਹੁੰਦੀ ਹੈ, ਹਰ ਸੱਚੇ ਕੇ ਗੁਣ ਗਾਵਣੇ, ਔਰ ਉਹ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਸੱਚੇ ਵਾਹਿਗੁਰੂ ਦੇ ਹੀ ਗੁਣਾਂ ਨੂੰ ਗਾਉਂਦੇ ਨੇ। ਉਸ ਤੋਂ ਬਿਨਾਂ ਉਹ ਹੋਰ ਕੋਈ ਗੱਲ ਕਰਦੇ ਹੀ ਨਹੀਂ। ਬਾਜ ਗੁਰੂ ਕੋ ਸਹਿਜ ਨਾ ਪਾਏ। ਹਜ਼ੂਰ ਕਹਿੰਦੇ, ਭਾਈ ਗੁਰੂ ਤੋਂ ਬਿਨਾਂ ਕੋਈ ਵੀ ਸਹਿਜ ਦਾ ਅਰਥ ਹੈ ਗਿਆਨ, ਰੱਬੀ ਗਿਆਨ ਨਹੀਂ ਪ੍ਰਾਪਤ ਕਰ ਸਕਦਾ। ਕਿਉਂਕਿ ਸਤਿਗੁਰੂ ਦੇ ਬਚਨ ਨੇ, ਭਾਈ ਰੇ ਗੁਰਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮੇ ਨਾਰਦੈ ਬੇਦ ਬਿਆਸੈ ਕੋਏ। ਇੱਥੇ ਸਹਿਜ ਦਾ ਅਰਥ ਗਿਆਨ ਹੈ। ਗੁਰਮੁਖ ਸਹਿਜ ਸਮਾਵਣਿਆ, ਤੇ ਭਾਈ ਜਿਹੜੇ ਗੁਰਮੁਖ ਨੇ ਉਹ ਗੁਰੂ ਦੇ ਪਾਸੋਂ ਸਹਿਜ ਗਿਆਨ ਨੂੰ ਪ੍ਰਾਪਤ ਕਰਕੇ ਤੇ ਅੱਗੇ ਜਿਹੜੀ ਸਹਿਜ ਤੁਰੀਆ ਅਵਸਥਾ ਹੈ ਉਹਦੇ ਵਿੱਚ ਲੀਨ ਹੋ ਜਾਂਦੇ ਹਨ। ਮੈਂ ਉਹਨਾਂ ਤੋਂ ਬਲਿਹਾਰ ਜਾਨਾ ਹਾਂ। ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਏਕਾ ਜੋਤ, ਜੋਤ ਹੈ ਸਰੀਰਾ। ਉਸ ਅਕਾਲ ਪੁਰਖ ਵਾਹਿਗੁਰੂ ਦੀ ਇੱਕੋ ਹੀ ਜੋਤ ਹੈ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਜੋਤ ਹੈ ਸਰੀਰਾ। ਆ ਜਿੰਨੇ ਵੀ ਸਾਡੇ ਸਰੀਰ ਨੇ, ਇਹਨਾਂ ਦੇ ਅੰਦਰ ਵੀ ਉਸੇ ਦੀ ਜੋਤ ਹੈ। ਇਹ ਸਰੀਰਾ ਮੇਰਿਆ ਹਰ ਤੋਂ ਮੈਂ ਜੋਤ ਰੱਖੀ, ਤਾ ਤੂੰ ਜਗ ਮਹਿ ਆਇਆ। ਜੋਤ ਤੋਂ ਮੁਰਾਦ ਹੈ ਚੈਤਨ ਸੱਤਾ ਦਾ। ਉਸ ਵਾਹਿਗੁਰੂ ਪਰਮੇਸ਼ਰ ਦੀ ਚੈਤਨ ਸੱਤਾ ਸਰਵ ਵਿਆਪਕ ਹੈ। ਸਾਡੇ ਸਰੀਰ ਵਿੱਚ ਵੀ ਉਹਦੀ ਜੋਤ ਹੈ ਤੇ ਬਾਹਰ ਸੰਸਾਰ ਦੇ ਅੰਦਰ ਵੀ ਉਹਦੀ ਇੱਕ ਜੋਤ ਵਰਤ ਰਹੀ ਹੈ। ਸ਼ਬਦ ਦਿਖਾਏ ਸਤਿਗੁਰ ਪੂਰਾ। ਉਸ ਜੋਤ ਦੇ ਮਹਾਰਾਜ ਦਰਸ਼ਨ ਕਿਵੇਂ ਹੋ ਸਕਦੇ ਨੇ? ਤਾਂ ਹਜ਼ੂਰ ਕਹਿੰਦੇ ਨੇ, ਸ਼ਬਦ ਦਿਖਾਏ ਸਤਿਗੁਰ ਪੂਰਾ। ਪੂਰਾ ਸਤਿਗੁਰੂ ਗੁਰੂ ਕੇ ਸ਼ਬਦ ਦੁਆਰਾ ਉਸ ਜੋਤ ਦੇ ਦਰਸ਼ਨ ਕਰਵਾ ਦਿੰਦੇ। ਜਦੋਂ ਪੂਰਾ ਗੁਰੂ ਕਿਸੇ ਤੇ ਮਿਹਰਬਾਨ ਹੋ ਜਾਵੇ ਤੇ ਸ਼ਬਦ ਸੁਰ ਦਾ ਅਭਿਆਸ ਕਰਵਾ ਕੇ ਉਹਨੂੰ ਫਿਰ ਉਸ ਜੋਤ ਦੇ ਦਰਸ਼ਨ ਕਰਵਾ ਦਿੰਦਾ ਹੈ। ਆਪੇ ਫਰਕ ਕੀ ਤੋਨ ਘਾਟ ਅੰਤਰ, ਆਪੇ ਬਣਤ ਬਣਾਵਣਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਈ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਜਿਤਨੇ ਵੀ ਘਟ ਦਾ ਅਰਥ ਹੈ ਜੀਵ ਨੇ ਅਥਵਾ ਸਰੀਰ ਨੇ, ਇਹਨਾਂ ਦੇ ਅੰਦਰ ਇੱਕ ਫਰਕ ਵੀ ਕੀਤਾ ਹੋਇਆ ਹੈ। ਕੁਝ ਨਾ ਕੁਝ ਅੰਤਰ, ਕੁਝ ਨਾ ਕੁਝ ਵੱਖਰਾਪਨ ਜ਼ਰੂਰ ਰੱਖਿਆ ਹੋਇਆ। ਤੁਸੀਂ ਹੁਣ ਵਿਚਾਰ ਕੇ ਦੇਖੋ, ਆ ਕਿਤਨੇ ਮਨੁੱਖ ਸ੍ਰਿਸ਼ਟੀ ਹੈ। ਭਾਵੇਂ ਠੀਕ ਹੈ, ਕਈ ਵਾਰੀ ਇੱਕ ਦੂਸਰੇ ਦੇ ਮਨੁੱਖ ਦੀਆਂ ਸ਼ਕਲਾਂ ਰਲ ਜਾਂਦੀਆਂ ਨੇ, ਮੁਹਾਂਦਰੇ ਰਲ ਜਾਂਦੇ ਨੇ, ਪਰ ਫਿਰ ਵੀ ਕੁਝ ਐਸੇ ਅੰਗ ਨੇ ਜਿਹੜੇ ਨਹੀਂ ਰਲ ਸਕਦੇ। ਆਮ ਤੌਰ ਤੇ 3 ਚੀਜ਼ਾਂ ਨੇ, ਦਸਤਾਰ, ਗੁਫਤਾਰ ਤੇ ਰਫਤਾਰ। ਇਹ ਕਹਿੰਦੇ ਇੱਕ ਦੂਸਰੇ ਦੇ ਨਾਲ ਘੱਟ ਹੀ ਰਲਦੀਆਂ ਨੇ। ਜਾਂ ਸਾਡੇ ਸਰੀਰ ਦੇ ਜਿਵੇਂ ਹੁਣ ਅੰਗ ਨੇ, ਆ ਫਿੰਗਰਪ੍ਰਿੰਟ ਲਏ ਜਾਂਦੇ ਨੇ, ਇਹ ਕਹਿੰਦੇ ਇੱਕ ਦੂਸਰੇ ਦੇ ਨਾਲ ਨਹੀਂ ਮਿਲਦੇ। ਤੇ ਆ ਜਿਹੜੀਆਂ ਅੱਖਾਂ ਦੀਆਂ ਸਾਡੀਆਂ ਚਿਮਣੀਆਂ ਨੇ, ਤੇ ਜਾਂ ਇਹਨਾਂ ਦੇ ਅੰਦਰ ਜਿਹੜੀਆਂ ਉਹ ਸਾਡੇ ਨਿਸ਼ਾਨ ਨੇ ਕੋਈ ਕੁਦਰਤ ਨੇ ਬਣਾਏ ਹੋਏ, ਉਹ ਵੀ ਰਲਦੇ ਨਹੀਂ। ਇਹ ਵਾਹਿਗੁਰੂ ਪਰਮੇਸ਼ਰ ਦੀ ਹੀ ਇੱਕ ਮਹਾਨ ਕਰਾਮਾਤ ਹੈ। ਆਪੇ ਫਰਕ ਕੀਤੋਂ ਘਟ ਅੰਤਰ। ਜਿੰਨੇ ਵੀ ਸਰੀਰ ਨੇ, ਜਿਤਨੇ ਵੀ ਇਹ ਵੱਖੋ ਵੱਖਰੇ ਜੀਵ ਤੇ ਸਰੀਰ ਨੇ, ਇਹਨਾਂ ਦੇ ਅੰਦਰ ਕੁਝ ਨਾ ਕੁਝ ਫਰਕ ਵੀ ਕੀਤਾ ਹੋਇਆ। ਆਪੇ ਬਣਤ ਬਣਾਵਣਿਆ,
ਤੇ ਉਹ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਦੀ ਬਣਤ ਵੀ ਆਪ ਬਣਾਉਂਦਾ ਹੈ, ਸਾਰਿਆਂ ਦੀ ਘਾਟ ਵੀ ਆਪ ਘਟਦਾ ਹੈ। ਹਉ ਵਾਰੀ ਜਿਉ ਵਾਰੀ ਹਰ ਸੱਚੇ ਕੇ ਗੁਣ ਗਾਵਣਿਆ, ਬਾਝ ਗੁਰੂ ਕੋ ਸਹਿਜ ਨ ਪਾਏ, ਗੁਰਮੁਖ ਸਹਿਜ ਸਮਾਵਣਿਆ ਰਹਾਉ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਮੈਂ ਮਨ ਬਾਣੀ ਸਰੀਰ ਕਰਕੇ ਉਹਨਾਂ ਗੁਰਮੁਖਾਂ ਤੋਂ ਬਲਿਹਾਰ ਜਾਨਾ ਹਾਂ। ਹਰ ਸੱਚੇ ਕੇ ਗੁਣ ਗਾਵਣਿਆ, ਜਿਹੜੇ ਨਿਰੋਲ ਸੱਚੇ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਹਨ। ਬਾਝ ਗੁਰੂ ਕੋ ਸਹਿਜ ਨਾ ਪਾਏ, ਗੁਰੂ ਤੋਂ ਬਿਨਾਂ ਕੋਈ ਵੀ ਦੈਵੀ ਗਿਆਨ, ਰੱਬੀ ਗਿਆਨ ਨੂੰ, ਬ੍ਰਹਮ ਗਿਆਨ ਨੂੰ ਨਹੀਂ ਪ੍ਰਾਪਤ ਕਰ ਸਕਦਾ। ਗੁਰਮੁਖ ਸਹਿਜ ਸਮਾਵਣਿਆ, ਹਜ਼ੂਰ ਕਹਿੰਦੇ ਭਾਈ ਗੁਰੂ ਦੀ ਕਿਰਪਾ ਦੁਆਰਾ ਹੀ ਗੁਰਮੁਖ ਸਹਿਜ ਅਵਸਥਾ ਦੇ ਅੰਦਰ ਚੌਥੇ ਪਦ ਮੈਂ ਸਹਿਜ ਹੈ ਉਹਦੇ ਵਿੱਚ ਲੀਨ ਹੁੰਦੇ ਹਨ। ਹੁਣ ਸਾਹਿਬ ਸਤਿਗੁਰੂ ਵਿਸਰਾਮ ਦੇ ਕੇ ਅੱਗੇ ਫਰਮਾਉਂਦੇ ਹਨ, ਤੂੰ ਆਪੇ ਸੋ ਹੈ ਆਪੇ ਜਗ ਮੋਹ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਕਰਦੇ ਹਨ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੁਸੀਂ ਆਪ ਹੀ ਸੰਸਾਰ ਦੇ ਵਿੱਚ ਸੁੰਦਰ ਰੂਪ ਹੋ ਕੇ ਸੁਹੰ ਸੋਭਾ ਨੂੰ ਪ੍ਰਾਪਤ ਕਰਦੇ ਹੋ। ਕਿਉਂਕਿ ਸਤਿਗੁਰੂ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਬਾਰੇ ਲਿਖਿਆ ਹੈ, ਮੇਰਾ ਸੁੰਦਰ ਸੁਆਮੀ ਜੀ ਹੋਂ ਚਰਨ ਕਮਲ ਪਗ ਸ਼ਰ। ਅਕਾਲ ਪੁਰਖ ਦੇ ਪਰਮੁਖ 3 ਗੁਣ ਮੰਨੇ ਹਨ, ਸਤ, ਸੁਹਾਣ, ਸਦਾ ਮਨ ਚਾਓ। ਇੱਕ ਤਾਂ ਉਹ ਸਤ ਹੈ, ਹਮੇਸ਼ਾ ਰਹਿਣ ਵਾਲਾ ਹੈ, ਤੇ ਦੂਸਰਾ ਗੁਣ ਉਹਦਾ ਹੈ ਸੁਹਾਣ, ਸੌਂਦਰਜ, ਸੁੰਦਰਤਾ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵਰਗਾ ਸੁੰਦਰ ਵੀ ਹੋਰ ਕੋਈ ਨਹੀਂ ਹੈ। ਆ ਜਿੰਨੇ ਵੀ ਬਾਹਰ ਸੁੰਦਰਤਾ ਸਾਨੂੰ ਦਿਖਾਈ ਦਿੰਦੀ ਹੈ, ਇਹ ਉਸੇ ਸੋਮੇ ਤੋਂ ਪ੍ਰਗਟ ਹੋਈ ਹੈ। ਅਸਲੀ ਸੁੰਦਰਤਾ ਦਾ ਸੋਮਾ ਵੀ ਅਕਾਲ ਪੁਰਖ ਹੀ ਹੈ। ਇਸੇ ਲਈ ਤਾਂ ਸਤਿਗੁਰੂ ਨੇ ਬਾਣੀ ਵਿੱਚ ਇਹ ਵੀ ਲਿਖਿਆ ਹੈ, ਰੂਪਵੰਤ ਹੋਏ ਨਾਹੀ ਮੋਹ ਹੈ, ਪ੍ਰਭ ਕੀ ਜੋਤ ਸਗਲ ਘਟ ਸੋ ਹੈ। ਜੇ ਕੋਈ ਬਹੁਤੇ ਸੁੰਦਰ ਰੂਪ ਵਾਲਾ ਮਾਣ ਕਰੇ ਕਿ ਮੈਂ ਰੱਬ ਨੂੰ ਮੋਹਿਤ ਕਰ ਸਕਦਾ ਹਾਂ, ਪਰ ਹਜ਼ੂਰ ਕਹਿੰਦੇ ਇਹ ਸੁੰਦਰਤਾ ਲਈ ਕਿੱਥੋਂ ਹੈ? ਸੁੰਦਰਤਾ ਦਾ ਸੋਮਾ ਅਕਾਲ ਪੁਰਖ ਹੈ, ਤੇ ਫਿਰ ਕਿਵੇਂ ਤੁਸੀਂ ਉਸ ਨੂੰ ਮੋਹਿਤ ਕਰ ਸਕਦੇ ਹੋ? ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਤੂੰ ਆਪੇ ਸੁਹ ਹੈ। ਤੁਸੀਂ ਆਪ ਹੀ ਸਭ ਤੋਂ ਸੁੰਦਰ ਰੂਪ ਧਾਰਨ ਕਰਕੇ ਸੰਸਾਰ ਦੇ ਵਿੱਚ ਸ਼ੋਭਾ ਪ੍ਰਾਪਤ ਕਰ ਰਹੇ ਹੋ, ਤੇ ਆਪ ਹੀ ਤੁਸੀਂ ਸਾਰੇ ਸੰਸਾਰ ਨੂੰ ਮੋਹਿਤ ਕਰ ਰਹੇ ਹੋ। ਤੂੰ ਆਪੇ ਨਦਰੀ ਜਗਤ ਪਰੋਵ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੁਸੀਂ ਆਪ ਹੀ ਆਪਣੀ ਦਿਵ ਦ੍ਰਿਸ਼ਟੀ ਦੁਆਰਾ ਸਾਰੇ ਸੰਸਾਰ ਨੂੰ ਪਰੋ ਕੇ ਰੱਖਦੇ ਹੋ। ਆ ਜਿਤਨਾ ਵੀ ਸੰਸਾਰ ਹੈ, ਜਿਤਨੇ ਵੀ ਜੀਵ ਜੰਤ ਨੇ, ਜ਼ਰਾ ਜ਼ਰਾ ਉਹਦੇ ਵਿੱਚ ਵਾਹਿਗੁਰੂ ਪਰਮੇਸ਼ਰ ਨੇ ਆਪਣੀ ਚੇਤਨ ਸੱਤਾ ਦਾ ਸੂਤ ਪਰੋਇਆ ਹੋਇਆ ਹੈ। ਤੂੰ ਆਪੇ ਦੁਖ ਸੁਖ ਦੇਵਹਿ ਕਰਤੇ, ਗੁਰਮੁਖ ਹਰ ਦੇ ਖਾਵਣਿਆ। ਹੇ ਵਾਹਿਗੁਰੂ ਜੀ, ਤੁਸੀਂ ਆਪ ਹੀ ਇਹਨਾਂ ਜੀਵਾਂ ਨੂੰ ਕਰਮਾਂ ਦੇ ਅਨੁਸਾਰ ਦੁੱਖ ਤੇ ਸੁਖ ਦਿੰਦੇ ਹੋ। ਗੁਰਮੁਖ ਹਰ ਦੇ ਖਾਵਣਿਆ, ਤੇ ਮਹਾਰਾਜ ਗੁਰੂ ਦੁਆਰਾ ਤੁਸੀਂ ਕਿਰਪਾ ਕਰਕੇ ਆਪਣੇ ਸਰੂਪ ਨੂੰ ਦਿਖਾਉਂਦੇ ਹੋ। ਕਿਉਂਕਿ ਵਾਹਿਗੁਰੂ ਦੇ ਦੀਦਾਰ ਗੁਰੂ ਦੀ ਕਿਰਪਾ ਨਾਲ ਹੀ ਹੁੰਦੇ ਨੇ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਉਂਝ ਤਾਂ ਤੈਨੂੰ ਕੋਈ ਨਹੀਂ ਦੇਖ ਸਕਦਾ, ਪਰ ਜਦੋਂ ਗੁਰੂ ਦੀ ਕਿਰਪਾ ਹੋ ਜਾਵੇ, ਗੁਰੂ ਗਿਆਨ ਦਾ ਸੁਰਮਾ ਅੱਖਾਂ ਵਿੱਚ ਪਾ ਦਿੰਦੇ ਨੇ, ਤੇ ਫਿਰ ਤੇਰੇ ਦੀਦਾਰ ਵੀ ਹੋ ਜਾਂਦੇ ਨੇ। ਗੁਰਮੁਖ ਹਰ ਦੇ ਖਾਵਣਿਆ, ਹੇ ਵਾਹਿਗੁਰੂ ਜੀ, ਗੁਰੂ ਦੁਆਰਾ ਤੂੰ ਆਪਣੇ ਆਪ ਨੂੰ ਪ੍ਰਗਟ ਕਰਕੇ ਦਿਖਾ ਦੇਣਾ। ਆਪੇ ਕਰਤਾ ਕਰੇ ਕਰਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਕਰਤਾ ਪੁਰਖ ਵਾਹਿਗੁਰੂ ਭਾਈ ਆਪ ਹੀ ਸਭ ਕੁਝ ਕਰਦਾ ਹੈ ਤੇ ਆਪ ਹੀ ਕਰਵਾਉਂਦਾ ਹੈ। ਆਪੇ ਸ਼ਬਦ ਗੁਰ ਮਨ ਵਸਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਦੋਂ ਕਿਸੇ ਤੇ ਵਾਹਿਗੁਰੂ ਦਿਆਲ ਹੋ ਜਾਂਦਾ ਹੈ, ਆਪੇ ਸ਼ਬਦ ਗੁਰ ਮਨ ਵਸਾਏ, ਫਿਰ ਗੁਰੂ ਦਾ ਸ਼ਬਦ ਵੀ ਉਹਦੇ ਮਨ ਦੇ ਵਿੱਚ ਵਸਾ ਦਿੰਦੇ। ਹੁਣ ਤੇ ਆਪਾਂ ਚਲੋ ਕਥਾ ਵੀ ਸੁਣਦੇ ਹਾਂ, ਬਾਣੀ ਵੀ ਸੁਣਦੇ ਹਾਂ, ਸੁਣ ਜ਼ਰੂਰ ਲੈਂਦੇ ਹਾਂ, ਪਰ ਮਨ ਦੇ ਵਿੱਚ ਵਸਦੀ ਨਹੀਂ।